ਸਤਿ ਸ਼੍ਰੀ ਅਕਾਲ ਜੀ ਦਾ ਖਾਲਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਨਾਲ ਮੈਂ ਹਰਸ਼ਰਨ ਕੌਰ। ਅੱਜ 4 ਮਾਰਚ ਹੈ ਤੇ ਦਿਨ ਵੀਰਵਾਰ ਹੈ। ਅੱਜ ਦੇ ਦਿਨ ਦੀ ਅਹਿਮ ਖਬਰ ਹੈ ਕਿ ਹਰਿਆਣਾ ਦੇ ਸਨਅਤੀ ਇਲਾਕੇ ਕੁੰਡਲੀ ਤੋਂ ਗ੍ਰਿਫਤਾਰ ਕੀਤੇ ਗਏ ਮਜ਼ਦੂਰ ਕਾਰਕੁਨ ਸ਼ਿਵ ਕੁਮਾਰ ਨੂੰ ਸੋਨੀਪਤ ਦੀ ਅਦਾਲਤ ਨੇ 2 ਮਾਮਲਿਆਂ ਵਿੱਚ ਜ਼ਮਾਨਤ ਦੇ ਦਿੱਤੀ ਹੈ। ਸ਼ਿਵ ਕੁਮਾਰ ਨੂੰ ਪੁਲਿਸ ਨੇ ਨੌਦੀਪ ਕੌਰ ਦੇ ਨਾਲ ਹੀ ਉਦੋਂ ਗ੍ਰਿਫਤਾਰ ਕੀਤਾ ਸੀ ਜਦੋਂ ਮਜ਼ਦੂਰਾਂ ਤੇ ਇੱਕ ਕੰਪਨੀ ਦੇ ਲੋਕਾਂ ਦਰਮਿਆਨ ਟਕਰਾਅ ਹੋ ਗਿਆ ਸੀ। ਨੌਦੀਪ ਨੇ ਦੋਸ਼ ਲਾਇਆ ਸੀ ਕਿ ਹਰਿਆਣਾ ਪੁਲਿਸ ਨੇ ਉਸ ਨੂੰ ਤੇ ਸ਼ਿਵ ਕੁਮਾਰ ਨੂੰ ਕੁੱਟਿਆ ਸੀ। ਸ਼ਿਵ ਕੁਮਾਰ ਮਜ਼ਦੂਰ ਅਧਿਕਾਰ ਜਥੇਬੰਦੀ ਦਾ ਕਾਰਕੁਨ ਹੈ ਤੇ ਉਸ ਤੇ ਵੀ ਹਰਿਆਣਾ ਪੁਲਿਸ ਨੇ ਕਈ ਗੰਭੀਰ ਧਾਰਾਵਾਂ ਹੇਠ ਕੇਸ ਦਰਜ ਕੀਤੇ ਹੋਏ ਸੀ। ਨੌਦੀਪ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਤੋਂ ਜ਼ਮਾਨਤ ਮਿਲਣ ਤੋਂ ਬਾਅਦ ਰਿਹਾਈ ਵੀ ਮਿਲ ਚੁੱਕੀ ਹੈ। ਇਸੇ ਤਰ੍ਹਾਂ ਕਿਸਾਨੀ ਅੰਦੋਲਨ ਨਾਲ ਜੁੜੇ 5 ਹੋਰ ਕਿਸਾਨਾਂ ਨੂੰ ਅਦਾਲਤ ਨੇ ਕੱਲ ਜ਼ਮਾਨਤ ਦਿੱਤੀ ਹੈ। ਨਵੀਨ, ਰਵੀ, ਆਸ਼ੀਸ਼, ਦੀਪਕ, ਪਰਵੇਜ਼ ਇਹਨਾਂ ਸਾਰਿਆਂ ਖਿਲਾਫ ਨਾਂਗਲੋਈ ਥਾਣੇ ਵਿੱਚ ਕੇਸ ਦਰਜ ਕੀਤਾ ਗਿਆ ਸੀ। ਇਹ ਹੁਣ ਸਾਰੇ ਜੇਲ੍ਹ ਤੋਂ ਬਾਹਰ ਆ ਗਏ ਨੇ। ਮੁੰਬਈ ਵਿੱਚ ਬਾਲੀਵੁੱਡ ਅਦਾਕਾਰ ਅਜੈ ਦੇਵਗਨ ਨੂੰ ਘੇਰਨ ਵਾਲੇ ਨੌਜਵਾਨ ਰਾਜਦੀਪ ਸਿੰਘ ਧਾਲੀਵਾਲ ਨੂੰ ਵੀ ਪੁਲਿਸ ਨੇ ਛੱਡ ਦਿੱਤਾ ਹੈ। ਧਾਲੀਵਾਲ ਦੇ ਕੇਸ ਵਿੱਚ ਵੀ ਦਿੱਲੀ ਕਮੇਟੀ ਨੇ ਮੁੰਬਈ ਦੇ ਪੁਲਿਸ ਅਧਿਕਾਰੀਆਂ ਨਾਲ ਰਾਬਤਾ ਕਾਇਮ ਕੀਤਾ ਸੀ। ਦਿੱਲੀ 'ਚ ਲੱਗੇ ਕਿਸਾਨਾਂ ਦੇ ਮੋਰਚਿਆਂ ਨੂੰ ਪਰਸੋਂ ਨੂੰ ਪੂਰੇ 100 ਦਿਨ ਹੋ ਜਾਣਗੇ ਅਤੇ ਪਰਸੋਂ ਨੂੰ ਕਿਸਾਨਾਂ ਦੇ ਵੱਲੋਂ KMP ਐਕਸਪ੍ਰੈਸ ਵੇ ਤੇ 5 ਘੰਟਿਆਂ ਦਾ ਚੱਕਾ ਜਾਮ ਕੀਤਾ ਜਾਏਗਾ। ਇਸੇ ਦਰਮਿਆਨ ਕਿਸਾਨਾਂ ਨੇ ਗਰਮੀ ਨਾਲ ਨਜਿੱਠਣ ਦੇ ਲਈ ਵੀ ਆਰਜ਼ੀ ਪ੍ਰਬੰਧ ਕਰ ਲਏ ਨੇ। ਆਰਜ਼ੀ ਟੈਂਟਾਂ ਦੇ ਵਿੱਚ ਕੂਲਰ, ਪੱਖੇ ਤੇ ਹੋਰ ਪ੍ਰਬੰਧ ਵੀ ਕਰ ਲਿਆ ਗਿਆ। ਵੱਡੀ ਖਬਰ ਇਹ ਵੀ ਹੈ ਕਿ ਭਾਰਤ ਵਿੱਚ ਪ੍ਰਦਰਸ਼ਨਕਾਰੀ ਕਿਸਾਨਾਂ ਦੀ ਸੁਰੱਖਿਆ ਅਤੇ ਪ੍ਰੈਸ ਦੀ ਆਜ਼ਾਦੀ ਬਾਰੇ ਬਰਤਾਨੀਆ ਦੀ ਸੰਸਦ ਦੇ ਵਿੱਚ ਚਰਚਾ ਹੋਵੇਗੀ। ਜਾਣਕਾਰੀ ਹਾਊਸ ਆਫ ਕਾਮਨਸ ਦੀ ਪਟੀਸ਼ਨ ਕਮੇਟੀ ਦੇ ਵੱਲੋਂ ਦਿੱਤੀ ਗਈ ਹੈ। 90 ਮਿੰਟ ਦੀ ਇਹ ਚਰਚਾ ਲੰਡਨ ਦੇ ਵਿੱਚ ਵੈਸਟਮਿਨਿਸਟਰ ਦੇ ਵਿੱਚ ਸਥਿਤ ਸੰਸਦੀ ਕੰਪਲੈਕਸ ਦੇ ਸਦਨ ਵਿੱਚ ਕੀਤੀ ਜਾਵੇਗੀ। 8 ਮਾਰਚ ਨੂੰ ਕੀਤੀ ਜਾਣ ਵਾਲੀ ਇਸ ਚਰਚਾ ਦੇ ਵਿੱਚ ਪ੍ਰਦਰਸ਼ਨਕਾਰੀਆਂ ਅਤੇ ਪ੍ਰੈਸ ਦੀ ਆਜ਼ਾਦੀ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਭਾਰਤ ਸਰਕਾਰ ਨੂੰ ਅਪੀਲ ਕੀਤੀ ਜਾਏਗੀ। ਮੁੰਬਈ ਤੋਂ ਵੀ ਕਿਸਾਨੀ ਸੰਘਰਸ਼ ਦੇ ਨਾਲ ਜੁੜੀ ਅਹਿਮ ਖਬਰ ਹੈ ਕਿ ਕਿਸਾਨਾਂ ਦੇ ਸੰਘਰਸ਼ ਦੀ ਹਮਾਇਤ ਕਰਨ ਵਾਲੇ ਅਤੇ ਕੇਂਦਰ ਸਰਕਾਰ ਨੂੰ ਕੋਸਣ ਵਾਲੇ ਜਿਹੜੇ ਅਦਾਕਾਰ ਹੈਗੇ ਨੇ ਤਾਪਸੀ ਪੰਨੂ, ਅਨੁਰਾਗ ਕਸ਼ਯਪ ਸਮੇਤ ਹੋਰ ਅਦਾਕਾਰਾਂ ਦੇ ਟਿਕਾਣਿਆਂ ਦੇ ਉੱਤੇ ਹੁਣ ਸਰਕਾਰ IT ਵਿਭਾਗ ਦੀ ਛਾਪੇਮਾਰੀ ਕਰਵਾ ਰਹੀ ਹੈ। ਆਮਦਨ ਕਰ ਵਿਭਾਗ ਨੇ ਕੱਲ ਬਾਲੀਵੁੱਡ ਅਦਾਕਾਰਾ ਤਾਪਸੀ ਪੰਨੂ, ਫਿਲਮਸਾਜ਼ ਅਨੁਰਾਗ ਕਸ਼ਯਪ ਤੇ ਉਸ ਦੇ ਭਾਈਵਾਲਾਂ ਦੇ ਟਿਕਾਣਿਆਂ ਤੇ ਛਾਪੇਮਾਰੀ ਅਤੇ ਕਿਸਾਨਾਂ ਦੇ ਵੱਲੋਂ ਛਾਪਿਆਂ ਦੀ ਨਿਖੇਧੀ ਕੀਤੀ ਗਈ ਹੈ। ਸੰਯੁਕਤ ਕਿਸਾਨ ਮੋਰਚੇ ਨੇ ਕੇਂਦਰੀ ਏਜੰਸੀਆਂ ਜਾਂ ਵਿਭਾਗਾਂ ਦੇ ਵੱਲੋਂ ਆਏ ਦਿਨ ਕਿਸਾਨ ਹਮਾਇਤੀਆਂ ਨੂੰ ਨਿਸ਼ਾਨਾ ਬਣਾਉਣ ਦਾ ਦੋਸ਼ ਲਾਉਂਦੇ ਹੋਏ ਕੇਂਦਰ ਸਰਕਾਰ ਦੀ ਮੋਰਚੇ ਪ੍ਰਤੀ ਨਾਰਾਜ਼ਗੀ ਨੂੰ ਗਲਤ ਤਰੀਕੇ ਨਾਲ ਜ਼ਾਹਿਰ ਕਰਨ ਦਾ ਜ਼ਰੀਆ ਦੱਸਿਆ ਹੈ। ਪੰਜਾਬ ਦਾ ਬਜਟ ਇਜਲਾਸ ਤੀਸਰੇ ਦਿਨ ਵੀ ਕਾਫੀ ਰੌਲੇ ਰੱਪੇ ਵਾਲਾ ਰਿਹਾ। ਰਾਜਪਾਲ ਦੇ ਭਾਸ਼ਣ ਤੇ ਬਹਿਸ ਹੋਈ। ਮਹਿੰਗੀ ਬਿਜਲੀ ਅਤੇ ਮੁਲਾਜ਼ਮਾਂ ਦੇ ਮੁੱਦੇ ਭਾਰੂ ਰਹੇ। ਆਮ ਆਦਮੀ ਪਾਰਟੀ ਅਤੇ ਅਕਾਲੀ ਦਲ ਨੇ ਵਿਧਾਨ ਸਭਾ 'ਚੋਂ ਵਾਕਆਊਟ ਕੀਤਾ ਤੇ ਹੁਣ 5 ਦੀ ਬਜਾਏ ਮੁੜ 8 ਨੂੰ ਹੀ ਬਜਟ ਪੇਸ਼ ਕੀਤਾ ਜਾਏਗਾ। ਕਈ ਮੁੱਦਿਆਂ ਤੇ ਵਿਧਾਇਕਾਂ ਨੇ ਕੈਪਟਨ ਦੀ ਸਰਕਾਰ ਨੂੰ ਘੇਰਿਆ। ਦਿਲਚਸਪ ਗੱਲ ਤੁਹਾਨੂੰ ਦੱਸ ਦਿੰਦੇ ਹਾਂ ਬਜਟ ਦੀ। ਜਦੋਂ ਭਾਜਪਾ ਵਿਧਾਇਕ ਨੂੰ ਸਦਨ ਦੇ ਵਿੱਚ ਬੈਠਣਾ ਪਿਆ, ਕੇਂਦਰੀ ਖੇਤੀ ਕਾਨੂੰਨਾਂ ਤੋਂ ਖਫਾ ਹਾਕਮ ਤੇ ਵਿਰੋਧੀ ਧਿਰ ਦੇ ਵਿਧਾਇਕਾਂ ਨੇ ਰਾਜਪਾਲ ਦੇ ਭਾਸ਼ਣ ਤੇ ਬਹਿਸ ਦੌਰਾਨ ਕੱਲ ਭਾਜਪਾ ਵਿਧਾਇਕ ਅਰੁਣ ਨਾਰੰਗ ਨੂੰ ਬੋਲਣ ਦਾ ਮੌਕਾ ਨਾ ਦਿੱਤਾ। ਮਾਹੌਲ ਨੂੰ ਦੇਖਦੇ ਹੋਏ ਵਿਧਾਇਕ ਨਾਰੰਗ ਖੁਦ ਹੀ ਆਪਣੀ ਸੀਟ ਤੇ ਬਹਿ ਗਏ। ਭਾਜਪਾ ਵਿਧਾਇਕ ਨਾਰੰਗ ਕੱਲ ਜਿਵੇਂ ਹੀ ਬੋਲਣ ਲੱਗੇ ਤਾਂ ਧੂਰੀ ਤੋਂ ਵਿਧਾਇਕ ਦਲਬੀਰ ਗੋਲਡੀ ਨੇ ਉੱਠ ਕੇ ਬੀਜੇਪੀ ਵਿਧਾਇਕ ਤੇ ਇਤਰਾਜ਼ ਕਰਨਾ ਸ਼ੁਰੂ ਕਰ ਦਿੱਤਾ। ਗੋਲਡੀ ਨੇ ਕਿਹਾ ਕਿ ਖੇਤੀ ਕਾਨੂੰਨ ਬਣਾਉਣ ਵਾਲੀ ਸਰਕਾਰ ਦੇ ਆਗੂ ਨੂੰ ਅਸੀਂ ਬੋਲਣ ਨਹੀਂ ਦੇਵਾਂਗੇ। ਅਕਾਲੀ ਵਿਧਾਇਕ ਹਰਿੰਦਰਪਾਲ ਸਿੰਘ ਚੰਦੂ ਮਾਜਰਾ ਨੇ ਵੀ ਇਸ ਮੌਕੇ ਬੀਜੇਪੀ ਵਿਧਾਇਕ ਨੂੰ ਖੇਤੀ ਕਾਨੂੰਨਾਂ ਤੇ ਸਟੈਂਡ ਸਪਸ਼ਟ ਕਰਨ ਲਈ ਕਿਹਾ। ਮਗਰੋਂ ਬਾਕੀ ਕਾਂਗਰਸੀ ਵਿਧਾਇਕ ਵੀ ਸਦਨ ਦੇ ਵਿੱਚ ਉੱਠ ਕੇ ਖੜੇ ਹੋ ਗਏ, ਜਿਸ ਤੋਂ ਬਾਅਦ ਨਾਰੰਗ ਨੂੰ ਬੈਠਣਾ ਪਿਆ। ਸਦਨ ਦੇ ਵਿੱਚ ਮਜੀਠੀਆ ਤੇ ਗਿੱਲ ਕੱਲ ਮੁੜ ਆਪਸ ਦੂਸ਼ਣਬਾਜ਼ੀ ਕਰਦੇ ਹੋਏ ਭਿੜਦੇ ਰਹੇ। ਪਟਿਆਲਾ ਦੇ ਖੇੜੀ ਗੰਡਿਆਂ ਕੇਸ ਦੇ ਵਿੱਚ ਤੁਹਾਨੂੰ ਯਾਦ ਹੋਏਗਾ ਕਿ 2 ਮਾਸੂਮ ਬੱਚਿਆਂ ਦੀ ਮੌਤ ਹੋ ਗਈ ਸੀ। 1.5 ਸਾਲ ਪਹਿਲਾਂ ਮਾਸੂਮਾਂ ਦੇ ਕਤਲ ਦਾ ਮਾਮਲਾ ਪੁਲਿਸ ਨੇ ਸੁਲਝਾ ਲਿਆ ਤੇ ਸ਼ਰਮਨਾਕ ਕਾਰਵਾਈ ਮਾਂ ਨੇ ਹੀ ਕੀਤੀ ਸੀ। ਆਪਣੇ ਪ੍ਰੇਮੀ ਦੇ ਨਾਲ ਮਿਲ ਕੇ ਮਾਂ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪੁੱਤਾਂ ਦਾ ਕਤਲ ਕਰਵਾ ਦਿੱਤਾ ਸੀ। 2 ਮਾਸੂਮ ਪੁੱਤਾਂ ਨੂੰ ਨਹਿਰ ਦੇ ਵਿੱਚ ਸੁੱਟਵਾ ਦਿੱਤਾ ਸੀ। ਕੋਰੋਨਾ ਦੇ ਟੀਕੇ ਨਾਲ ਜੁੜੀ ਅਹਿਮ ਖਬਰ ਹੈ ਕਿ ਹੁਣ ਸਰਕਾਰ ਨੇ ਇਹ ਰਾਹਤ ਦਿੱਤੀ ਹੈ ਕਿ ਕੋਈ ਵੀ ਵਿਅਕਤੀ 24 ਘੰਟੇ 7 ਦਿਨ ਕਿਸੇ ਵੀ ਵਕਤ ਹਸਪਤਾਲ 'ਚ ਜਾ ਕੇ ਟੀਕਾ ਲਗਵਾ ਸਕਦਾ ਹੈ। ਯਾਨੀ ਕਿ ਦਿਨ ਰਾਤ ਕਿਸੇ ਵੀ ਵਕਤ ਤੁਸੀਂ ਹਸਪਤਾਲ ਜਾ ਕੇ ਟੀਕਾ ਲਵਾ ਸਕਦੇ ਹੋ। ਸਰਕਾਰ ਨੇ ਟੀਕਾਕਰਨ ਲਈ 9 ਤੋਂ 5 ਦੀ ਸਮਾਂ ਸੀਮਾ ਵੀ ਖਤਮ ਕਰ ਦਿੱਤੀ ਹੈ।
ਪੰਜਾਬ ਦੇ ਵਿੱਚ ਵੀ 100 ਤੋਂ ਵੱਧ ਥਾਵਾਂ ਦੇ ਉੱਤੇ ਕਿਸਾਨਾਂ ਦੇ ਮੋਰਚੇ ਲਗਾਤਾਰ ਜਾਰੀ ਨੇ, ਜਿਸ ਵਿੱਚ ਵਿਰੋਧ ਕੇਂਦਰ ਸਰਕਾਰ ਦਾ ਲਗਾਤਾਰ ਜਾਰੀ ਹੈ ਅਤੇ ਸ਼ਹੀਦ ਹੋਣ ਵਾਲੇ ਕਿਸਾਨਾਂ ਨੂੰ ਸ਼ਰਧਾਂਜਲੀਆਂ ਵੀ ਦਿੱਤੀਆਂ ਜਾ ਰਹੀਆਂ ਨੇ। ਮੋਰਚੇ ਦਾ ਸਭ ਤੋਂ ਛੋਟੀ ਉਮਰ ਦਾ ਜਿਹੜਾ ਸ਼ਹੀਦ ਨੌਜਵਾਨ ਹੈ, ਉਸ ਨੂੰ ਕੱਲ ਸ਼ਰਧਾਂਜਲੀਆਂ ਦਿੱਤੀਆਂ ਜਾਣਗੀਆਂ। ਬਾਰਡਰ ਤੇ ਸਿੰਘੂ ਬਾਰਡਰ ਤੇ ਜਾਰੀ ਧਰਨੇ ਦੇ ਵਿੱਚ 26 ਫਰਵਰੀ ਨੂੰ ਫੌਤ ਹੋਣ ਵਾਲੇ ਪਟਿਆਲਾ ਜ਼ਿਲ੍ਹੇ ਦੇ ਪਿੰਡ ਖੇੜੀ ਜੱਟਾਂ ਦੇ ਨਵਜੋਤ ਸਿੰਘ ਨੂੰ ਨਮਿਤ ਸ਼ਰਧਾਂਜਲੀ ਸਮਾਗਮ ਕੱਲ ਨੂੰ ਪਿੰਡ ਦੇ ਗੁਰਦੁਆਰੇ ਵਿੱਚ ਕਰਵਾਇਆ ਜਾਏਗਾ। ਨਵਜੋਤ ਸਿੰਘ ਦੀ ਉਮਰ 18 ਸਾਲ ਦੀ ਸੀ, ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਟਿਆਲਾ ਜ਼ਿਲ੍ਹੇ ਨਾਲ ਸੰਬੰਧਿਤ ਕਈ ਕਿਸਾਨ ਤੇ ਕਿਰਤੀ ਆਪਣੀ ਜਾਨ ਲੇਖੇ ਲਾ ਚੁੱਕੇ ਨੇ, ਪਰ ਨਵਜੋਤ ਸਿੰਘ ਪਟਿਆਲਾ ਜ਼ਿਲ੍ਹੇ ਵਿੱਚ ਇਹਨਾਂ ਸਾਰਿਆਂ ਵਿੱਚੋਂ ਸਭ ਤੋਂ ਛੋਟੀ ਉਮਰ ਦਾ ਸੀ। ਪੀੜਤ ਪਰਿਵਾਰ 2.5 ਏਕੜ ਜ਼ਮੀਨ ਦਾ ਮਾਲਕ ਹੈ। ਕਿਸਾਨੀ ਸੰਘਰਸ਼ ਦਰਮਿਆਨ ਹੁਣ ਕੇਂਦਰ ਸਰਕਾਰ ਨੇ ਕਿਸਾਨਾਂ ਨਾਲ ਇੱਕ ਹੋਰ ਅੜੀ ਕਰ ਲਈ ਹੈ। ਕੇਂਦਰ ਨੇ ਹੁਣ ਪੰਜਾਬ ਦੀਆਂ ਚੌਲ ਮਿੱਲਾਂ ਤੋਂ ਚੌਲ ਲੈਣੇ ਬੰਦ ਕਰ ਦਿੱਤੇ ਨੇ, ਜਿਸ ਕਾਰਨ ਪੰਜਾਬ 'ਚ ਕਰੀਬ 4300 ਚੌਲ ਮਿੱਲਾਂ ਵਿੱਚ ਛੜਾਈ ਦਾ ਕੰਮ ਬੰਦ ਹੋ ਗਿਆ। ਕੇਂਦਰੀ ਖੁਰਾਕ ਮੰਤਰਾਲੇ ਨੇ 16 ਫਰਵਰੀ ਨੂੰ ਫਰਮਾਨ ਜਾਰੀ ਕੀਤੇ ਸੀ ਕਿ ਪੰਜਾਬ 'ਚੋਂ ਤਾਂ ਹੀ ਚੌਲ ਲਿਆ ਜਾਏਗਾ ਜੇਕਰ ਇਹਨਾਂ ਚੌਲਾਂ ਵਿੱਚ ਪ੍ਰੋਟੀਨ ਵਾਲਾ ਚੌਲ ਯਾਨੀ ਕਿ ਫੋਰਟੀਫਾਈਡ ਰਾਈਸ ਮਿਕਸ ਕੀਤਾ ਹੋਏਗਾ। ਚੌਲ ਮਿਲਾਂ ਕੋਲ ਅਜਿਹਾ ਕੋਈ ਪ੍ਰਬੰਧ ਨਹੀਂ ਹੈ ਕਿ ਰਾਤੋਂ ਰਾਤ ਪ੍ਰੋਟੀਨ ਵਾਲਾ ਚੌਲ ਆਮ ਚੌਲਾਂ ਦੇ ਵਿੱਚ ਮਿਕਸ ਕਰ ਦੇਣ। ਤੇ ਇਹ ਵੀ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਕਣਕ ਦੇ ਸੀਜ਼ਨ ਦੇ ਵਿੱਚ ਕੇਂਦਰ CCL ਦੇਣ ਤੋਂ ਵੀ ਨਾ ਕਰ ਸਕਦਾ ਹੈ। ਇਸ ਪੂਰੇ ਮਸਲੇ ਦੇ ਉੱਤੇ ਅੱਜ ਖਾਲਸ ਟੀਵੀ ਦੇ ਉੱਤੇ ਅਸੀਂ ਖਾਸ ਰਿਪੋਰਟ ਵੀ ਪੇਸ਼ ਕਰਾਂਗੇ। ਫਰੀਦਕੋਟ ਦੇ ਗੁਰਲਾਲ ਸਿੰਘ ਕਤਲ ਕੇਸ ਦੇ ਵਿੱਚ ਦਿੱਲੀ ਪੁਲਿਸ ਨੇ ਗ੍ਰਿਫਤਾਰ ਮੁਲਜ਼ਮਾਂ ਨੂੰ ਫਰੀਦਕੋਟ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਤੀਜਾ ਫਰੰਟ ਬਣਾਉਣ ਦੀ ਹਮਾਇਤ ਕੀਤੀ ਹੈ। ਅਕਾਲੀ ਦਲ ਟਕਸਾਲੀ ਦੇ ਪ੍ਰਧਾਨ ਰਣਜੀਤ ਸਿੰਘ ਬ੍ਰਹਮਪੁਰਾ ਨੇ ਤਰਨਤਾਰਨ ਦੇ ਵਿੱਚ 21 ਮਾਰਚ ਨੂੰ ਸੂਬਾ ਪੱਧਰੀ ਰੈਲੀ ਕਰਨ ਦਾ ਵੀ ਐਲਾਨ ਕੀਤਾ ਹੈ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਹੁਣ ਖਬਰਾਂ ਵਿਸਥਾਰ ਦੇ ਨਾਲ। ਬੁਲੇਟਿਨ ਦੇ ਵਿੱਚ ਸਭ ਤੋਂ ਵੱਡੀ ਤੇ ਅਹਿਮ ਖਬਰ ਯੂਕੇ ਤੋਂ ਆ ਰਹੀ ਹੈ। ਯੂਕੇ ਦੀ ਪਾਰਲੀਮੈਂਟ ਦੇ ਵਿੱਚ ਆਖਿਰਕਾਰ ਕਿਸਾਨਾਂ ਦੇ ਮਸਲੇ ਦੇ ਉੱਤੇ ਡਿਬੇਟ ਕੀਤੇ ਜਾਣ ਨੂੰ ਲੈ ਕੇ ਸਹਿਮਤੀ ਬਣ ਗਈ ਹੈ ਤੇ ਯੂਕੇ ਪਾਰਲੀਮੈਂਟ ਦੇ ਵਿੱਚ ਭਾਰਤ ਦੇ ਵਿੱਚ ਪ੍ਰੋਟੈਸਟ ਕਰ ਰਹੇ ਕਿਸਾਨਾਂ ਦੇ ਮਸਲੇ ਦੇ ਉੱਤੇ 8 ਮਾਰਚ ਨੂੰ ਸ਼ਾਮ 4:30 ਵਜੇ ਯੂਕੇ ਦਾ ਸਮਾਂ ਹੈ, ਸ਼ਾਮ 4:30 ਵਜੇ ਉੱਥੇ ਪਾਰਲੀਮੈਂਟ ਦੇ ਵਿੱਚ ਡਿਬੇਟ ਹੋਏਗੀ। ਇਸ ਮਸਲੇ ਦੀ ਮੰਗ ਕਰਨ ਵਾਲੀ, ਇਸ ਮੁੱਦੇ ਤੇ ਡਿਬੇਟ ਕਰਨ ਦੀ ਮੰਗ ਕਰਨ ਵਾਲੀ ਪਟੀਸ਼ਨ ਕਮੇਟੀ, ਜਿਸ ਦੇ ਵਿੱਚ ਯੂਕੇ ਦੇ ਕਈ MP ਸ਼ਾਮਿਲ ਹੈਗੇ ਨੇ, ਉਹਨਾਂ ਨੇ ਆਪਸ ਦੇ ਵਿੱਚ ਮੁਲਾਕਾਤ ਕੀਤੀ ਅਤੇ ਜਿਹੜੀ ਡਿਬੇਟ ਹੈ ਉਹ ਕਰਨ ਦੇ ਉੱਤੇ ਸਹਿਮਤੀ ਬਣ ਗਈ ਹੈ। ਇਸ ਡਿਬੇਟ ਦੇ ਰਾਹੀਂ ਭਾਰਤ ਸਰਕਾਰ ਨੂੰ ਅਪੀਲ ਕੀਤੀ ਜਾਏਗੀ ਕਿ ਜਿਹੜੇ ਪ੍ਰਦਰਸ਼ਨਕਾਰੀ ਕਿਸਾਨ ਹੈਗੇ ਨੇ ਉਹਨਾਂ ਦੇ ਜਿਹੜੇ ਹੱਕ ਨੇ ਉਹ ਨਾ ਕੁਚਲੇ ਜਾਣ, ਉਹਨਾਂ ਦੀ ਸੇਫਟੀ ਹੈ ਜਿਹੜੀ ਉਹ ਸੁਨਿਸ਼ਚਿਤ ਕਰਵਾਈ ਜਾਏ ਅਤੇ ਪ੍ਰੈਸ ਫਰੀडम ਹੈ, ਜਿਹੜੀ ਮੀਡੀਆ ਦੀ ਆਜ਼ਾਦੀ ਹੈ, ਉਸ ਦਾ ਧਿਆਨ ਵੀ ਭਾਰਤ ਸਰਕਾਰ ਰੱਖੇ। ਪ੍ਰੋਟੈਸਟਰਸ ਹੈਗੇ ਨੇ ਜਿਹੜੇ ਤੇ ਮੀਡੀਆ ਦੀ ਆਜ਼ਾਦੀ ਹੈ, ਉਹਨਾਂ ਦੀ ਸੁਰੱਖਿਆ ਨੂੰ ਲੈ ਕੇ ਇਸ ਡਿਬੇਟ ਦੇ ਵਿੱਚ ਮੰਗ ਕੀਤੀ ਜਾਏਗੀ। 8 ਮਾਰਚ ਨੂੰ ਵੈਸਟਮਿਨਿਸਟਰ ਹਾਲ ਦੇ ਵਿੱਚ ਸ਼ਾਮੀ 4:30 ਵਜੇ ਇਹ ਡਿਬੇਟ ਹੈ ਜਿਹੜੀ ਉਹ ਪਾਰਲੀਮੈਂਟ ਦੇ ਵਿੱਚ ਹੋਏਗੀ। ਵੈਸਟਮਿਨਿਸਟਰ ਹਾਲ ਹੈਗਾ ਜਿਹੜਾ ਵੱਖ-ਵੱਖ ਤਰ੍ਹਾਂ ਦੀਆਂ ਡਿਬੇਟਸ ਕਰਨ ਦੇ ਲਈ ਹੀ ਖਾਸ ਤੌਰ ਤੇ ਬਣਾਇਆ ਗਿਆ ਹੈ ਤੇ ਇਸ ਦੇ ਵਿੱਚ ਹੁਣ ਕੋਵਿਡ-19 ਦੇ ਮੱਦੇਨਜ਼ਰ ਵਰਚੁਅਲੀ ਹੀ ਪਾਰਟਿਸਿਪੇਸ਼ਨ ਹੈ ਜਿਹੜੀ ਉਹ ਹੋਏਗੀ। ਵਰਚੁਅਲੀ ਸਾਰੇ ਮੈਂਬਰ ਨੇ ਜਿਹੜੇ ਉਹ ਇਸ ਡਿਬੇਟ ਦੇ ਵਿੱਚ ਹਿੱਸਾ ਲੈਣਗੇ। ਸੋ ਜੇ ਤੁਸੀਂ ਵੀ ਇਹ ਡਿਬੇਟ ਅਟੈਂਡ ਕਰਨੀ ਚਾਹੁੰਦੇ ਹੋ ਤਾਂ ਆਨਲਾਈਨ ਬ੍ਰੌਡਕਾਸਟ ਹੈ ਉਹ ਵੀ ਕੀਤਾ ਜਾਏਗਾ ਤੇ ਤੁਸੀਂ ਦੇਖ ਸਕਦੇ ਹੋ www.parliamentlive.tv/commons ਯਾਨੀ ਕਿ ਹਾਊਸ ਆਫ ਕਾਮਨਸ ਤੋਂ ਜਿਹੜੀ ਇਹ ਡਿਬੇਟ ਲਾਈਵ ਹੋਏਗੀ ਉਹਦੇ ਤੇ ਇੱਥੇ ਤੁਸੀਂ ਲਾਈਵ ਜੁੜ ਸਕਦੇ ਹੋ। ਇਸ ਬਹਿਸ ਦੀ ਸ਼ੁਰੂਆਤ ਪਟੀਸ਼ਨ ਕਮੇਟੀ ਦਾ ਇੱਕ ਮੈਂਬਰ ਕਰੇਗਾ, ਜਿਸ ਤੋਂ ਬਾਅਦ ਵਿਰੋਧੀ ਪਾਰਟੀਆਂ ਦੇ ਫਰੰਟ ਬੈਂਚ ਦੇ ਸਪੀਕਰਾਂ ਤੇ ਇੱਕ ਮੰਤਰੀ ਸਮੇਤ ਹੋਰ ਸੰਸਦ ਮੈਂਬਰਾਂ ਦੇ ਭਾਸ਼ਣ ਨੇ ਜਿਹੜੇ ਉਹ ਹੋਣਗੇ। ਸੋ ਕੋਵਿਡ-19 ਕਰਕੇ ਫੇਸ ਟੂ ਫੇਸ ਆਫਲਾਈਨ ਇਹ ਡਿਬੇਟ ਨਹੀਂ ਹੋ ਸਕਦੀ, ਪਰ ਆਨਲਾਈਨ ਇਹ ਡਿਬੇਟ ਹੋਏਗੀ ਜਿਸ ਨੂੰ ਤੁਸੀਂ ਸਾਰੇ ਵੀ ਦੇਖ ਸਕਦੇ ਹੋ। ਭਾਰਤ ਦੀ ਸੁਪਰੀਮ ਕੋਰਟ ਨੇ ਇੱਕ ਵੱਖਰਾ ਜਿਹੜਾ ਬਿਆਨ ਦਿੱਤਾ ਹੈ, ਇੱਕ ਵੱਡਾ ਬਿਆਨ ਦਿੱਤਾ ਹੈ ਕਿ ਸਰਕਾਰ ਤੋਂ ਵੱਖਰੇ ਵਿਚਾਰਾਂ ਦੀ ਭਾਵਨਾ ਨੂੰ ਦੇਸ਼ ਧਰੋਹ ਨਹੀਂ ਕਿਹਾ ਜਾ ਸਕਦਾ, ਕਿ ਜੇ ਕਿਸੇ ਦੀ ਰਾਏ ਸਰਕਾਰ ਤੋਂ ਵੱਖਰੀ ਹੈ ਤਾਂ ਉਸ ਨੂੰ ਦੇਸ਼ ਧਰੋਹ ਨਹੀਂ ਮੰਨਿਆ ਜਾ ਸਕਦਾ। ਸਰਵਉੱਚ ਅਦਾਲਤ ਨੇ ਇਸ ਮਾਮਲੇ ਵਿੱਚ ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਦੇ ਵਿਰੁੱਧ ਧਾਰਾ 370 ਨੂੰ ਖਤਮ ਕਰਨ ਦੇ ਵਿਰੁੱਧ ਬਿਆਨ ਦੇਣ ਕਾਰਨ ਪਾਈ ਪਟੀਸ਼ਨ ਦੇ ਮਸਲੇ ਦੇ ਵਿੱਚ ਦਿੱਤਾ ਤੇ ਇਸ ਪਟੀਸ਼ਨ ਨੂੰ ਸੁਪਰੀਮ ਕੋਰਟ ਨੇ ਖਾਰਜ ਵੀ ਕਰ ਦਿੱਤਾ ਤੇ ਇਹ ਜਿਹੜਾ ਬਿਆਨ ਹੈ ਉਹ ਸੁਪਰੀਮ ਕੋਰਟ ਨੇ ਦਿੱਤਾ ਹੈ।
कि सरकार तो ਵੱਖਰੀ राय होने का मतलब ये नहीं है कि वह बंदा वो नागरिक देश धरोह है। जस्टिस संजय किशन कौल ते जस्टिस हेमंत गुप्ता के बेंच ने कहा कि असहमति नूं देश धरोह नहीं कहा जा सकता, ना ही मन्निया जा सकता है। अदालत ने अब्दुल्ला खिलाफ पटीशन दायर करने वाले पटीशनरां नूं 50,000 रुपए का जुर्माना भी किया है ते पटीशन वक्री खारिज कर दी है। किसानी अंदोलन के बारे ਜਿਹੜੀਆਂ हस्तियां मशहूर हस्तियां ने सरकार के खिलाफ ते किसानां दे हक दे विच आवाज़ बुलंद की सी, उन्हां ते हुण आमदन कर विभाग के छापे वजने शुरू हो गए ने। टैक्स चोरी के मामले में आमदन कर विभाग ने बॉलीवुड हस्तियां तापसी पन्नू, अनुराग कश्यप और विकास बहल के टिकाणियां ते छापेमारी की। ये तिन्ने सोशल मीडिया ते सरकार खिलाफ खुल के बोलते हैं ते किसानी अंदोलन के मामले में भी इन्होंने सरकार नूं रज के कोसिया। अधिकारियों ने मुंबई के फैंटम फिल्म्स एंड टैलेंट हंट कंपनी के दफ्तर उत्ते छापा मारिया। यह कंपनी 2011 दे विच अनुराग कश्यप, विक्रमादित्य मोटवानी, मधु मंटेना और विकास बहल ने बनाई सी। विभाग ने फिल्म निर्माण कंपनी फैंटम फिल्मां दे नाल संबंधित एक केस विच अनुराग कश्यप, विकास बहल ते तापसी पन्नू नूं शामिल करके मुंबई ते पुणे विच लगभग 20 थावां दे उत्ते छापेमारी की है। आमदन कर विभाग की इस छापेमारी ते किसान लीडरां ने भी अपना बयान जारी किया है। किसान लीडरां ने कहा कि सरकार दीयां बहुत सारियां साजिशां दे बावजूद दिल्ली ते आले दुआले किसानां दे पक्के धरने जारी ने। किसानां दी शमूलीयत भी लगातार वधदी जा रही है ते कौमी ते कौमांतरी पद्धर दे उत्ते वड्डियां हस्तियां अन्नदाता नूं अपना समर्थन दे रहीआं ने ते सरकार किसानां दीयां मंगां मन्नण दी बजाए साडे समर्थकां नूं ही लगातार तंग कर रही है। यह कहना संयुक्त किसान मोर्चे के लीडरां दा। उन्होंने कहा कि हाल ही विच सरकार दी शह दे उत्ते इनकम टैक्स विभाग ने जो तापसी पन्नू समेत होर जिहड़ियां शख्सियतां हैगियां ने उन्हां दे ठिकाणियां दे उत्ते छापेमारी कीती है, उस दी असीं सख्त निंदा करदे हां, सख्त विरोध करदे हां। ਅਸੀਂ ਸਮਝਦੇ ਹਾਂ कि यह छापेमारी किसानों की हमायत प्रति सरकार की नाराजगी नूं भी दर्शाउंदी है। संयुक्त किसान मोर्चे ने सारियां कौमी ते कौमांतरी शख्सियतां दा धन्नवाद भी किया है जिहड़ियां बिना किसी डर दे किसानी अंदोलन की हमायत कर रही ने। किसानी अंदोलन दौरान गिरफ्तार होए किसानां दे विचों 10 होर किसानां नूं 3 मार्च नूं जमानत मिल गई है। DSGMC के प्रधान मनजिंदर सिंह सिरसा ने इसकी जानकारी दी है। किसानी अंदोलन दे उत्ते की राकेश टिकैत हावी हो गए ने ते लखा सिधाणा दे नाल जो मुलाकात हुई है उस बारे बलवीर सिंह राजेवाल की कह रहे ने। किसान लीडर राकेश टिकैत दे जदों तो अथरू डिगे ने उदों तो किसानी संघर्ष दे विच एक नवीं रूह है जिहड़ी ओह जरूर फूकी गई है ते राकेश टिकैत नूं वड्डे पद्धर दे उत्ते हमायत मिल रही है। महा रैलियां महापंचायतां दे विच राकेश टिकैत दा चेहरा ही वड्डे पद्धर ते उभर के सामने आ रहा ते मीडिया हलकियां दे विच इस नूं लैके बहस भी छिड़ी हुई है कि किसान लीडर राकेश टिकैत नूं जिहड़ी अहमियत है वो क्यों मिल रही है ते कौन दे रहा है। सो इस मसले के उत्ते किसान लीडर बलवीर सिंह राजेवाल का एक न्यूज़ चैनल ते इंटरव्यू होया है। इंटरव्यू च राजेवाल ने कहा कि सानू टिकैत की लोड़ है ते टिकैत नूं साडी लोड़ है। सानू पता है अंदोलन नूं किवें चलाउणा है, असीं लीडरां दे कहे किसी नूं अगे पिछे नहीं करना। राकेश टिकैत हर स्टेज तो यह भी गल कहंदा है कि सिंघू बॉर्डर की लीडरशिप नाल सरकार गल करे ते बलवीर सिंह राजेवाल साडा लीडर है। राजेवाल ने कहा कि राकेश टिकैत खुद कहते हैं जो फैसला होएगा वो सिंघू बॉर्डर ते बैठी लीडरशिप ही करेगी। सरकार ने जो कुछ कहना है कही जाए वो साडे तो 1 इंच भी बाहर नहीं है। यानी कि टिकैत संयुक्त किसान मोर्चे तो 1 इंच भी बाहर नहीं है। लखा सिधाणा दे बारे भी राजेवाल ने बयान दिता कि 26 जनवरी ਜਾਂ फिर उस तो पहला ਜਾਂ फिर बाद विच लखे दी मेरे नाल कोई गलबात नहीं हुई है। राजेवाल ने कहा कि लखा सिधाणा नाल मेरी 2 बारी मुलाकात हुई है। पहली बारी लखे ने मैनू कहा सी कि इन्हां कानूनां विच है कि मैनू समझाओ। 2 घंटे वो मेरे कोल बैठ के समझदा रहा सी। फिर एक बारी वो मुड़ के आया सी, कानूनां दी गल करन बारे ही आया, पर उस तो बाद उहदे नाल कोई ज़्यादा मुलाकात मेरी नहीं हो सकी। अगली खबर भी किसानी संघर्ष के नाल जुड़ी हुई है जिस तो शायद हुण तक तुसी सारे वाकिफ होवोगे। मुंबई दी एक खबर हैगी है जिथे फिल्म अदाकार अजय देवगन नूं रोक के एक नौजवान ने सवाल पूछे किसानी अंदोलन नूं लैके। ताज़ा खबर यह है कि उस नौजवान नूं पुलिस ने गिरफ्तार कर लिया। नाम है राजदीप सिंह धालीवाल। ये नौजवान अजय देवगन तो जानना चाहता सी कि अजय देवगन ने खेती कानूनों का विरोध कर रहे किसानों के समर्थन दे विच कुछ कहा क्यों नहीं। पुलिस ने दस्सिया कि 28 साल का राजदीप एक ड्राइवर है, मूल रूप से पंजाब का रहने वाला है। घटना मंगलवार सवेरे 10:30 बजे वापरी।
ਨੌਜਵਾਨ ਨੇ ਗੋਰੇਗਾਂव ਦੇ ਵਿੱਚ ਫਿਲਮ ਸਿਟੀ ਦੇ ਬਾਹਰ ਅਜੇ ਦੇਵਗਨ ਦੀ ਕਾਰ ਨੂੰ ਰੋਕਿਆ ਤੇ ਜਾਣਨ ਦੀ ਕੋਸ਼ਿਸ਼ ਕੀਤੀ ਕਿ ਉਹ ਅੰਦੋਲਨਕਾਰੀ ਕਿਸਾਨਾਂ ਦੇ ਸਮਰਥਨ 'ਚ ਕਿਉਂ ਨਹੀਂ ਬੋਲ ਰਹੇ। ਅਜੇ ਦੇਵਗਨ ਦੇ ਬਾਡੀਗਾਰਡ ਇੰਦਰ ਸਿੰਘ ਗੌਤਮ ਨੇ ਪੁਲਿਸ ਨੂੰ ਸ਼ਿਕਾਇਤ ਕੀਤੀ, ਜਿਸ ਤੋਂ ਬਾਅਦ ਰਾਜਦੀਪ ਸਿੰਘ ਢਾਲੀਵਾਲ ਨਾਂ ਦੇ ਨੌਜਵਾਨ ਨੂੰ ਗ੍ਰਿਫਤਾਰ ਕੀਤਾ ਗਿਆ। ਥਾਣਾ ਸਦਰ ਦੇ ਸੀਨੀਅਰ ਇੰਸਪੈਕਟਰ ਧਰਮਿੰਦਰ ਕਾਂਬਲੇ ਨੇ ਕਿਹਾ ਕਿ ਉਸ ਵਿਅਕਤੀ ਦੇ ਖਿਲਾਫ ਗਲਤ ਤਰੀਕੇ ਨਾਲ ਰੋਕਣਾ, ਸ਼ਾਂਤੀ ਭੰਗ ਕਰਨ ਦੇ ਲਈ ਜਾਣਬੁੱਝ ਕੇ ਅਪਮਾਨ ਕਰਨਾ ਤੇ ਅਪਰਾਧਿਕ ਧਮਕੀ ਦੇ ਇਲਜ਼ਾਮ ਲੱਗੇ ਨੇ। ਡੀਐਸਜੀਐਮਸੀ ਦੇ ਲੀਗਲ ਟੀਮ ਦੇ ਮੈਂਬਰ ਤੇ ਮੁੰਬਈ ਦੇ ਵਕੀਲ ਅੰਮ੍ਰਿਤਪਾਲ ਸਿੰਘ ਨੇ ਤੁਰੰਤ ਐਕਸ਼ਨ ਲੈਂਦਿਆਂ ਰਾਜਦੀਪ ਸਿੰਘ ਨੂੰ ਰਿਹਾ ਕਰਵਾ ਲਿਆ। ਇਸ ਦੀ ਜਾਣਕਾਰੀ ਡੀਐਸਜੀਐਮਸੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਦਿੱਤੀ। ਰਾਜਦੀਪ ਖਿਲਾਫ ਧਾਰਾ 341, 504 ਤੇ 506 ਲਾਈਆਂ ਗਈਆਂ ਸੀ। ਦਰਅਸਲ ਮੁੰਬਈ ਦੇ ਵਿੱਚ ਰਾਜਦੀਪ ਸਿੰਘ ਨੂੰ ਪੁਲਿਸ ਨੇ ਅਦਾਕਾਰ ਅਜੇ ਦੇਵਗਨ ਦੀ ਗੱਡੀ ਮੂਹਰੇ ਖੜ ਕੇ ਅਦਾਕਾਰ ਦੀ ਕਿਸਾਨ ਅੰਦੋਲਨ ਬਾਰੇ ਚੁੱਪੀ ਕਾਰਨ ਘੇਰਨ ਦੇ ਮਾਮਲੇ ਵਿੱਚ गिरफ्तार किया सी ते राजदीप संतोष नगर इलाके दे विच रहिंदा है। किसानी संघर्ष दरमियान तिन्ने खेती कानूनां नूं ना रद्द करन अते किसानां नूं गिरफ्तार कीते जाण दे विरोध दे विच तख्त श्री दमदमा साहिब तो बीबियां दा जत्था हुण दिल्ली गिरफ्तारियां देण लई रवाना हो गया। 26 जनवरी ਨੂੰ ਜਿਹੜੇ ਕਿਸਾਨ ਗ੍ਰਿਫਤਾਰ ਕੀਤੇ ਗਏ ਨੇ ਜਾਂ ਉਸ ਤੋਂ ਬਾਅਦ ਗ੍ਰਿਫਤਾਰ ਕੀਤੇ ਗਏ ਨੇ, ਉਹਨਾਂ ਦੀ ਰਿਹਾਈ ਦੀ ਮੰਗ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਵੱਲੋਂ ਗ੍ਰਿਫਤਾਰੀਆਂ ਦੇਣ ਲਈ ਜਥੇ ਭੇਜਣ ਦੀ ਸ਼ੁਰੂਆਤ ਪਿਛਲੇ ਦਿਨੀ ਕੀਤੀ ਗਈ ਸੀ। ਪਿਛਲੇ ਦਿਨੀ ਜਿਹੜਾ ਇੱਕ ਜਥਾ ਹੈ ਉਹ ਦਿੱਲੀ ਪਹੁੰਚਿਆ ਸੀ, ਜਿਸ ਨੇ ਦਿੱਲੀ ਜਾ ਕੇ ਗ੍ਰਿਫਤਾਰੀ ਕੀਤੀ ਤੇ ਦੂਸਰਾ ਜਥਾ ਹੁਣ ਬੀਬੀਆਂ ਦਾ ਰਵਾਨਾ ਹੋਇਆ ਤਖਤ ਸ੍ਰੀ ਦਮਦਮਾ ਸਾਹਿਬ ਤੋਂ ਅਰਦਾਸ ਕਰਕੇ। ਇਹ ਜਥਾ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਗ੍ਰਿਫਤਾਰੀ ਦੇਵੇਗਾ। ਜਥੇ ਵਿੱਚ ਬਰਨਾਲਾ ਤੋਂ ਇਸਤਰੀ ਵਿੰਗ ਦੀ ਪ੍ਰਧਾਨ ਬੀਬੀ ਸੁਖਜੀਤ ਕੌਰ, ਹਰਪਾਲ ਕੌਰ ਸੰਗਰੂਰ, ਭਿੰਦਰਜੀਤ ਕੌਰ ਕਾਨ ਸਿੰਘ ਵਾਲਾ, ਗੁਰਮੀਤ ਕੌਰ ਜ਼ੀਰਾ ਤੇ ਬੀਬੀ ਹਰਦੀਪ ਕੌਰ ਮੰਡੀ ਗੋਬਿੰਦਗੜ੍ਹ ਸ਼ਾਮਿਲ ਨੇ। पार्टी प्रधान सिमरनजीत सिंह मान की अगवाई ते निशान साहिब की छतर छाया हेठ मोदी सरकार के जबर खिलाफ ते मनुखी अधिकारां दे हक दे विच 19 अप्रैल नूं दिल्ली दे विच गुरुद्वारा सीसगंज साहिब चांदनी चौक तो लाल किले तक एक मार्च भी कढ़िया जाएगा। इसका ऐलान भी पार्टी ने किया है। पंजाब दे भुलत्थ तो विधायक सुखपाल सिंह खैरा ने लखा सिधाणा की हमायत करदिआं किसान लीडरां नूं एक अपील की है। सुखपाल खैरा ने कहा कि किसान लीडर नौजवान लखा सिधाणा ते होरनां नूं भाजपा दे तशद्दद तो बचाउण, लखा सिधाणा नूं मोर्चे विच बहण देना चाहिए ताकि पुलिस उस नूं हिरासत विच ना लैके उस ते तशद्दद ना करे। लखा सिधाणा ने सारी नौजवान पीढ़ी नूं इकट्ठा कीता है, यह कहना है सुखपाल खैरा दा। लखा सिधाणा ने बठिंडा जिले के पिंड महराज दे विच रैली दौरान किसानां दे हक विच तकरीर की सी। पिछले दिनी किसान लीडर बलवीर सिंह राजेवाल ने भी कहा सी कि कोई नहीं, ये भी अपने ही बच्चे ने। लखा सिधाणा नूं सरकार भगौड़ा करार दे सकती है, उसनूं झूठे पुलिस एनकाउंटर विच भी मारिया जा सकता है, खदशा जताया है वड्डा सुखपाल खैरा ने। सुखपाल खैरा ने कहा कि सिधाणा नूं किसान अंदोलन दे विच मुड़ तो बैठण दा मौका देना चाहिए क्योंकि उत्थे पुलिस लखा सिधाणा नूं फड़न दी कोशिश नहीं करेगी। सो एक विधायक ने किसान लीडरां नूं यह अपील की है। पंजाब दे विच बहुत सारा जिहड़ा वड्डा आपां कह सकते हैं तबका जिहड़ा चाहुंदा है कि लखा सिधाणा एक नौजवान लीडर है, वो मुड़ तो किसानी संघर्ष दे विच एक्टिव होवे ते पुलिस दी मार तो बच जावे, पर किसान लीडरां दे वल्लों हाले तक खुल के इस बारे कोई भी बयान नहीं दिता गया है। विधायक खैरा दी अपील ते किसान लीडर गौर करनगे जां नहीं, ये भी देखना अहम होवेगा। कैलीफोर्निया दे विच 6 मार्च नूं किसान मोर्चे दे हक विच कार रैली होण जा रही है। 6 मार्च नूं ही किसान लीडरां ने KMP एक्सप्रैस वे नूं 5 घंटे दे लई जाम करन दा ऐलान कीता है ते उसे दिन ही कैलीफोर्निया सूबे दे सैक्रामेंटो शहर दी एक NGO अते सिख संगत संस्था खेती बिलां विरोध ते भारत विच चल रहे किसानां दे अंदोलन दे समर्थन विच कार रैली करेगी। कार रैली सवेरे 11 बजे तो रिवर सिटी हाई स्कूल वैस्ट सैक्रामेंटो तो शुरू होवेगी ते स्टेट कैपिटल वल्लों कीती जावेगी। कांग्रेस दे अमी बेरा दफ्तर दे विच समाप्त हो जाएगी। पंजाब विधान सभा दे बजट इजलास दे तीसरे दिन दी गल कर लईए तां तीजा दिन भी हंगामे भरपूर रहा। बजट इजलास दे तीजे दिन विधायक कांग्रेस दे जिहड़े हरमिंदर सिंह गिल अते अकाली विधायक बिक्रम सिंह मजीठिया विचाले सदन दे विच फिर तिखी नोक झोक हुई। अकाली विधायकां ने स्पीकर दी कुर्सी मूहरे जाके नारेबाजी की। विधायक गिल ने कहा कि मजीठिया दस्सण कि उन्हां ने मैनूं टाउट क्यों कहा। दोवां विधायकां ने एक दूसरे के खिलाफ निजी
ਨਿੱਜੀ ਟਿੱਪਣੀਆਂ ਕੀਤੀਆਂ। ਸਪੀਕਰ ਨੇ ਨਿੱਜੀ ਟਿੱਪਣੀਆਂ ਕਰਨ ਤੋਂ ਗੁਰੇਜ਼ ਕਰਨ ਦੇ ਲਈ ਦੋਵਾਂ ਨੂੰ ਤਾੜਿਆ ਵੀ। ਮਜੀਠੀਆ ਨੇ ਕਿਹਾ ਕਿ ਕਰੋਨਾ ਕਾਲ ਦੌਰਾਨ ਨਿੱਜੀ ਸਕੂਲਾਂ ਨੇ ਦੱਬ ਕੇ ਫੀਸਾਂ ਵਸੂਲੀਆਂ ਨੇ, ਜਦਕਿ ਸਕੂਲ ਇੱਕ ਦਿਨ ਵੀ ਨਹੀਂ ਖੁੱਲੇ। ਇੱਕ ਮਾਲੀ ਨੇ ਖੁਦਕੁਸ਼ੀ ਕਰ ਲਈ ਕਿਉਂਕਿ ਉਸ ਨੂੰ ਤਨਖਾਹ ਨਹੀਂ ਮਿਲੀ। ਅਜਿਹਾ ਦੌਰ ਚੱਲ ਰਿਹਾ, ਮੁਲਾਜ਼ਮਾਂ ਨੂੰ ਤਨਖਾਹਾਂ ਤੇ ਭੱਤੇ ਨਹੀਂ ਮਿਲ ਰਹੇ। ਇਸ ਦੇ ਨਾਲ ਹੀ ਅਕਾਲੀ ਵਿਧਾਇਕਾਂ ਨੇ ਸਦਨ ਚੋਂ ਵਾਕਆਊਟ ਕਰ ਦਿੱਤਾ। ਵਾਕਆਊਟ ਕਰਨ ਤੋਂ ਬਾਅਦ ਵਿਧਾਨ ਸਭਾ ਦੇ ਬਾਹਰ ਆ ਕੇ ਅਕਾਲੀ ਦਲ ਦੇ ਵਿਧਾਇਕਾਂ ਨੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਪਾਰਟੀ ਨੇ ਕੈਪਟਨ ਸਰਕਾਰ ਤੇ ਇਲਜ਼ਾਮ ਲਾਏ ਕਿ ਸਰਕਾਰ ਨੇ ਮੁਲਾਜ਼ਮਾਂ ਦੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ। ਕੱਚੇ ਮੁਲਾਜ਼ਮਾਂ ਨੂੰ ਪੱਕੇ ਕੀਤੇ ਜਾਣ ਦਾ ਮੁੱਦਾ ਵੀ ਚੁੱਕਿਆ ਤੇ ਵੱਖ-ਵੱਖ ਭੱਤੇ ਜਾਰੀ ਨਾ ਕੀਤੇ ਜਾਣ ਤੇ ਵੀ ਸੂਬਾ ਸਰਕਾਰ ਨੂੰ ਘੇਰਿਆ। ਮਜੀਠੀਆ ਨੇ ਮੁਖਤਾਰ ਅੰਸਾਰੀ ਨੂੰ ਪੰਜਾਬ ਦੀਆਂ ਜੇਲ੍ਹਾਂ ਦੇ ਵਿੱਚ ਰੱਖਣ ਤੇ ਉਸ ਦੀ ਪੈਰਵੀ ਲਈ ਮੋਟੀ ਰਕਮ ਖਰਚ ਕਰਨ ਦਾ ਦੋਸ਼ ਵੀ ਲਾਇਆ। ਸਵਾਲ ਚੁੱਕਿਆ ਕਿ ਪੰਜਾਬ ਪੁਲਿਸ ਨੇ ਯੂਪੀ ਦੇ ਇੱਕ ਜਿਹੜੇ ਅਪਰਾਧੀ ਹੈਗੇ ਨੇ ਅੰਸਾਰੀ ਦੇ ਵਿਰੁੱਧ ਹਾਲੇ ਤੱਕ ਕੋਈ ਵੀ ਚਾਰਜ ਸ਼ੀਟ ਦਾਖਲ ਕਿਉਂ ਨਹੀਂ ਕੀਤੀ। ਬਜਟ ਇਜਲਾਸ ਦੇ ਪ੍ਰਸ਼ਨ ਕਾਲ ਦੌਰਾਨ ਆਪ ਵਿਧਾਇਕ ਕੰਵਰ ਸੰਧੂ ਨੇ ਖਾਨਪੁਰ ਨੇੜੇ ਟੋਲ ਪਲਾਜ਼ੇ ਦੇ 5 ਕਿਲੋਮੀਟਰ ਅੰਦਰ ਰਹਿੰਦੇ ਲੋਕਾਂ ਨੂੰ ਟੋਲ ਫੀਸਾਂ ਤੋਂ ਰਿਆਇਤਾਂ ਦੇਣ ਬਾਰੇ ਸਵਾਲ ਕੀਤਾ। ਜਵਾਬ 'ਚ ਲੋਕ ਨਿਰਮਾਣ ਮੰਤਰੀ ਵਿਜੇਂਦਰ ਸਿੰਗਲਾ ਨੇ ਕਿਹਾ ਕਿ ਟੋਲ ਪਲਾਜ਼ਾ ਦੇ 20 ਕਿਲੋਮੀਟਰ ਦੇ ਘੇਰੇ ਅੰਦਰ ਰਹਿੰਦੇ ਵਸਨੀਕਾਂ ਦੇ ਨਿੱਜੀ ਵਾਹਨਾਂ ਦੇ ਉੱਤੇ ਟੋਲ ਟੈਕਸ ਵਿੱਚ ਰਿਆਇਤਾਂ ਦੇਣ ਲਈ 275 ਰੁਪਏ ਮਹੀਨਾਵਾਰ ਪਾਸ ਦੀ ਵਿਵਸਥਾ ਹੈ। ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਪਖਾਨਿਆਂ ਦੀ ਘਾਟ ਦਾ ਮਸਲਾ ਚੁੱਕਿਆ ਕਿ ਸੂਬੇ ਵਿੱਚ ਹਾਲੇ ਵੀ ਔਰਤਾਂ ਖੁੱਲੇ ਵਿੱਚ ਜਾਣ ਲਈ ਮਜਬੂਰ ਨੇ। ਪੰਜਾਬ ਸਰਕਾਰ ਨੂੰ ਇਸ ਤੇ ਧਿਆਨ ਦੇਣਾ ਚਾਹੀਦਾ ਹੈ। ਬਜਟ ਸੈਸ਼ਨ ਦੇ ਤੀਸਰੇ ਦਿਨ ਆਮ ਆਦਮੀ ਪਾਰਟੀ ਦੇ ਵਿਧਾਇਕਾਂ ਨੇ ਵੀ ਬਿਜਲੀ ਦੀਆਂ ਕੀਮਤਾਂ ਦੇ ਮੁੱਦੇ ਤੇ ਵਿਧਾਨ ਸਭਾ 'ਚੋਂ ਵਾਕਆਊਟ ਕਰ ਦਿੱਤਾ। ਆਪ ਲੀਡਰਾਂ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਨੇ ਵਾਅਦਾ ਕੀਤਾ ਸੀ ਕਿ ਉਹ ਅਕਾਲੀ ਸਰਕਾਰ ਦੇ ਬਿਜਲੀ ਖਰੀਦ ਸਮਝੌਤੇ ਦੀ ਸਮੀਖਿਆ ਕਰਨਗੇ, ਸੂਬੇ ਵਿੱਚ ਬਿਜਲੀ ਸਸਤੀ ਕਰਨ ਲਈ ਉਹਨਾਂ ਨੂੰ ਰੱਦ ਕਰਨਗੇ। ਪਰ ਸੱਤਾ 'ਚ ਆਉਣ ਤੋਂ ਬਾਅਦ ਉਹਨਾਂ ਨੇ ਨਾ ਤਾਂ ਪੀਪੀਏ ਦੀ ਸਮੀਖਿਆ ਕੀਤੀ, ਨਾ ਹੀ ਉਸ ਨੂੰ ਰੱਦ ਕੀਤਾ, ਸਗੋਂ ਆਪਣੇ ਸ਼ਾਸਨ ਦੇ ਵਿੱਚ ਬਿਜਲੀ ਦੀਆਂ ਦਰਾਂ 'ਚ ਹੋਰ ਵੀ ਵਾਧਾ ਕਰ ਦਿੱਤਾ। ਰੌਲੇ ਰੱਪੇ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੀ ਕਾਰਵਾਈ 4 ਮਾਰਚ ਯਾਨੀ ਕਿ ਵੀਰਵਾਰ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਵੱਲੋਂ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੱਲੋਂ ਲਗਾਤਾਰ ਵਧਾਈਆਂ ਜਾ ਰਹੀਆਂ ਬਿਜਲੀ ਦੀਆਂ ਕੀਮਤਾਂ ਦੇ ਵਿਰੁੱਧ ਐਮਐਲਏ ਹੋਸਟਲ ਤੋਂ ਵਿਧਾਨ ਸਭਾ ਤੱਕ ਪੈਦਲ ਮਾਰਚ ਵੀ ਕੱਢਿਆ। ਅਹਿਮ ਜਾਣਕਾਰੀ ਇਹ ਹੈ ਕਿ 1 ਤੋਂ 10 ਮਾਰਚ ਤੱਕ ਜਿਹੜਾ ਬਜਟ ਇਜਲਾਸ ਚੱਲਣਾ ਹੈ, ਇਹਦੇ ਵਿੱਚ ਪਹਿਲਾਂ 8 ਮਾਰਚ ਨੂੰ ਬਜਟ ਪੇਸ਼ ਕੀਤਾ ਜਾਣਾ ਸੀ, ਫਿਰ ਇਹ 5 ਮਾਰਚ ਨੂੰ ਕਰ ਦਿੱਤਾ ਗਿਆ ਤੇ ਹੁਣ ਫਿਰ 8 ਮਾਰਚ ਹੀ ਉਹ ਤਰੀਕ ਦੇ ਦਿੱਤੀ ਗਈ ਹੈ ਜਿਸ ਦਿਨ ਬਜਟ ਪੇਸ਼ ਕੀਤਾ ਜਾਏਗਾ। ਕੋਰੋਨਾ ਵਾਇਰਸ ਦੇ ਟੀਕਾਕਰਨ ਦੀ ਗੱਲ ਕਰ ਲਈਏ, ਜਿਸ ਦਾ ਦੂਸਰਾ ਪੜਾਅ ਸ਼ੁਰੂ ਹੋ ਗਿਆ, ਉਸਦੇ ਮਾੜੇ ਪ੍ਰਭਾਵ ਵੀ ਸਾਹਮਣੇ ਆ ਰਹੇ ਨੇ। ਪੰਜਾਬ ਦੇ ਪਟਿਆਲਾ ਜ਼ਿਲ੍ਹੇ ਦੇ ਵਿੱਚ ਅਜਿਹਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪੁਲਿਸ ਮੁਲਾਜ਼ਮ ਨੂੰ ਲੰਘੇ ਦਿਨ ਕੋਵਿਡ ਦਾ ਟੀਕਾ ਲੱਗਿਆ ਸੀ। ਉਸ ਤੋਂ ਬਾਅਦ ਉਸਨੇ ਚਿਹਰੇ ਦੇ ਅਧਰੰਗ ਹੋਣ ਦੀ ਸ਼ਿਕਾਇਤ ਕੀਤੀ ਹੈ। ਹਾਲਾਂਕਿ ਪੁਲਿਸ ਮੁਲਾਜ਼ਮ ਖਤਰੇ ਤੋਂ ਬਾਹਰ ਦੱਸਿਆ ਜਾ ਰਿਹਾ ਹੈ। ਇੱਕ ਮੈਡੀਕਲ ਟੀਮ ਉਸਦੀ ਨਿਗਰਾਨੀ ਕਰ ਰਹੀ ਹੈ। ਸਿਹਤ ਅਧਿਕਾਰੀਆਂ ਨੇ ਦੱਸਿਆ ਕਿ ਪੁਲਿਸ ਮੁਲਾਜ਼ਮ ਸਰਕਾਰੀ ਮਾਤਾ ਕੌਸ਼ਲਿਆ ਹਸਪਤਾਲ ਦੇ ਵਿੱਚ ਟੀਕੇ ਦੀ ਪਹਿਲੀ ਡੋਜ਼ ਲਗਵਾਉਣ ਆਇਆ ਸੀ। ਜਿਵੇਂ ਹੀ ਉਸ ਨੂੰ ਟੀਕਾ ਲੱਗਿਆ ਤਾਂ ਉਸਦੇ ਚਿਹਰੇ ਤੇ ਅਧਰੰਗ ਦੇ ਸੰਕੇਤ ਸਾਹਮਣੇ ਆਉਣ ਲੱਗੇ। ਸੋਜਿਸ਼ ਘਟਾਉਣ ਤੇ ਇਲਾਜ ਲਈ ਸਟੀਰਾਇਡ ਦਿੱਤੇ ਗਏ ਨੇ ਤੇ ਇੱਕ ਮੈਡੀਕਲ ਟੀਮ ਉਸਦੀ ਨਿਗਰਾਨੀ ਕਰ ਰਹੀ ਹੈ। ਮਹਾਰਾਸ਼ਟਰ ਤੋਂ ਵੀ ਅਜਿਹੀ ਖਬਰ ਸਾਹਮਣੇ ਆਈ ਹੈ ਜਿੱਥੇ ਕੋਵਿਡ-19 ਟੀਕੇ ਦੀ ਦੂਜੀ ਖੁਰਾਕ ਲੈਣ ਤੋਂ ਬਾਅਦ 45 ਸਾਲ ਦੇ ਇੱਕ ਵਿਅਕਤੀ ਦੀ ਮੌਤ ਹੋ ਗਈ ਤੇ ਮੌਤ ਵੀ ਤੁਰੰਤ ਹੋਈ ਹੈ। ਮਹਾਰਾਸ਼ਟਰ ਦੇ ਥਾਣੇ ਜ਼ਿਲ੍ਹੇ ਦੇ ਭਵੰਡੀ ਸਥਿਤ ਹਸਪਤਾਲ ਦੇ ਵਿੱਚ ਇਹ ਘਟਨਾ ਵਾਪਰੀ ਹੈ। ਡਾਕਟਰ ਦੇ ਡਰਾਈਵਰ ਸੁਖਦੇਵ ਕਿਦਿਤ ਨੂੰ ਸਵੇਰੇ 11 ਵਜੇ ਦੇ ਕਰੀਬ ਟੀਕਾ ਲਾਇਆ ਗਿਆ। ਕੁਝ ਸਮੇਂ ਬਾਅਦ ਉਸ ਨੂੰ ਚੱਕਰ ਆਉਣ ਲੱਗੇ, ਨੇੜਲੇ ਹਸਪਤਾਲ ਲੈ ਗਏ ਪਰ ਉੱਥੇ ਤੁਰੰਤ ਉਸ ਦੀ ਮੌਤ ਹੋ ਗਈ। ਬਠਿੰਡਾ ਜ਼ਿਲ੍ਹੇ ਦੇ 3 ਸਰਕਾਰੀ ਸਕੂਲਾਂ ਦੇ ਵਿੱਚ ਅਧਿਆਪਕ ਕਰੋਨਾ ਪੋਜ਼ਿਟਿਵ ਪਾਏ ਗਏ ਨੇ। ਇਹਨਾਂ ਦੀ ਗਿਣਤੀ 5 ਹੈ। 3 ਸਰਕਾਰੀ ਸਕੂਲਾਂ ਦੇ 5 ਅਧਿਆਪਕ ਕਰੋਨਾ ਪੋਜ਼ਿਟਿਵ ਪਾਏ ਗਏ ਨੇ। ਕੇਂਦਰੀ ਸਿਹਤ ਮੰਤਰਾਲੇ ਨੇ ਭਾਰਤ ਦੇ ਹਸਪਤਾਲਾਂ ਨੂੰ ਦਿਨ ਦੇ 24 ਘੰਟਿਆਂ ਦੌਰਾਨ ਕਿਸੇ ਵੀ ਵਕਤ ਕੋਵਿਡ-19 ਦਾ ਟੀਕਾ ਲਾਉਣ ਦੀ ਇਜਾਜ਼ਤ ਦੇ ਦਿੱਤੀ ਹੈ। ਯਾਨੀ ਕਿ ਦਿਨ ਰਾਤ ਦੇ 24 ਘੰਟਿਆਂ ਦੇ ਵਿੱਚ ਦਿਨ ਨੂੰ ਜਾਂ ਰਾਤ ਨੂੰ ਲੋਕ ਕਿਸੇ ਵਕਤ ਵੀ ਕੋਵਿਡ ਦਾ ਟੀਕਾ ਲਵਾ ਸਕਦੇ ਨੇ। ਸਰਕਾਰ ਨੇ ਕਿਹਾ ਕਿ ਜਿਸ ਨੇ ਟੀਕਾ ਲਗਵਾਉਣਾ ਹੈ ਉਹ ਆਪਣੀ ਸਹੂਲਤ ਦੇ ਮੁਤਾਬਿਕ ਕਿਸੇ ਵੀ ਵਕਤ ਹਸਪਤਾਲ ਜਾ ਕੇ ਟੀਕਾ ਲਗਵਾ ਸਕਦਾ ਹੈ ਤੇ ਉੱਥੇ ਹਸਪਤਾਲਾਂ ਦੇ ਵਿੱਚ 24 ਘੰਟੇ ਟੀਮਾਂ ਤਾਇਨਾਤ ਰਹਿਣਗੀਆਂ, ਡਾਕਟਰਾਂ ਦੀਆਂ ਜਾਂ ਨਹੀਂ ਰਹਿਣਗੀਆਂ, ਇਸ ਬਾਰੇ ਕੋਈ ਵੀ ਪੱਕੀ ਜਾਣਕਾਰੀ ਨਹੀਂ ਕਹਿ ਸਕਦੇ ਤੇ ਇਹ ਜਾਣਕਾਰੀ ਦੇਸ਼ ਦੇ ਕੇਂਦਰੀ ਸਿਹਤ ਮੰਤਰੀ ਡਾਕਟਰ ਹਰਸ਼ਵਰਧਨ ਨੇ ਦਿੱਤੀ ਹੈ। ਐਸਜੀਪੀਸੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਯੂਐਨਓ ਦੇ ਸਕੱਤਰ ਜਨਰਲ ਨੂੰ ਇੱਕ ਚਿੱਠੀ ਲਿਖੀ ਹੈ। ਚਿੱਠੀ ਲਿਖ ਕੇ ਇੱਕ ਬੜੀ ਅਹਿਮ ਮੰਗ ਕੀਤੀ ਹੈ ਕਿ 9ਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਮਨੁੱਖਤਾ ਦੇ ਪ੍ਰਤੀ ਜੋ ਵੱਡੀ ਦੇਣ ਹੈ ਉਸ ਨੂੰ ਵੇਖਦਿਆਂ ਹੋਇਆਂ ਗੁਰੂ ਸਾਹਿਬ ਦੇ 400 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ 2021 ਸਾਲ ਨੂੰ ਕੌਮਾਂਤਰੀ ਮਨੁੱਖੀ ਅਧਿਕਾਰ
ਵਰੇ ਵਜੋਂ ਐਲਾਨਿਆ ਜਾਵੇ। ਇਹ ਮੰਗ ਕੀਤੀ ਹੈ ਬੀਬੀ ਜਗੀਰ ਕੌਰ ਨੇ। ਬੀਬੀ ਜਗੀਰ ਕੌਰ ਨੇ ਯੂਐਨਓ ਦੇ ਸਕੱਤਰ ਜਨਰਲ ਐਂਟੋਨੀਓ ਗੁਟੇਰਸ ਨੂੰ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਦੇ ਇਤਿਹਾਸਿਕ ਜੀਵਨ ਬਾਰੇ ਵੀ ਜਾਣਕਾਰੀ ਦਿੱਤੀ ਹੈ ਤੇ ਕਿਹਾ ਕਿ ਗੁਰੂ ਸਾਹਿਬ ਨੇ ਮਨੁੱਖਤਾ ਦੀ ਖਾਤਰ ਆਪਣੀ ਸ਼ਹਾਦਤ ਦੇ ਕੇ ਦੁਨੀਆ ਦੇ ਧਾਰਮਿਕ ਇਤਿਹਾਸ ਅੰਦਰ ਵਿਲੱਖਣ ਪੈੜਾਂ ਸਿਰਜੀਆਂ ਨੇ। ਗੁਰੂ ਸਾਹਿਬ ਦੀ ਸ਼ਹਾਦਤ ਧਾਰਮਿਕ ਆਜ਼ਾਦੀ ਨੂੰ ਜਿਉਂਦੇ ਰੱਖਣ ਲਈ ਵੱਡੇ ਮਹੱਤਵ ਵਾਲੀ ਹੈ, ਜਿਸ ਨੇ ਪੂਰੀ ਦੁਨੀਆ ਨੂੰ ਮਨੁੱਖੀ ਅਧਿਕਾਰਾਂ ਦੀ ਸੁਰੱਖਿਆ ਅਤੇ ਧਾਰਮਿਕ ਆਜ਼ਾਦੀ ਨੂੰ ਯਕੀਨੀ ਬਣਾਈ ਰੱਖਣ ਦੀ ਪ੍ਰੇਰਣਾ ਦਿੱਤੀ ਹੈ। ਜਗੀਰ ਕੌਰ ਨੇ ਯੂਐਨਓ ਜਨਰਲ ਸਕੱਤਰ ਨੂੰ ਕਿਹਾ ਕਿ ਗੁਰੂ ਸਾਹਿਬ ਦਾ 400 ਸਾਲਾ ਪ੍ਰਕਾਸ਼ ਪੁਰਬ ਇਸ ਸਾਲ 1 ਮਈ ਨੂੰ ਆ ਰਿਹਾ ਹੈ, ਜਿਸ ਨੂੰ ਲੈ ਕੇ ਸਾਰਾ ਸਾਲ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ਵਿੱਚ ਵੀ ਸਮਾਗਮ ਕੀਤੇ ਜਾਣਗੇ। ਬਰਤਾਨੀਆ ਦੇ ਨਾਗਰਿਕ ਜਗਤਾਰ ਸਿੰਘ ਉਰਫ ਜੱਗੀ ਜੌਲ ਦੀ ਭਾਰਤੀ ਜੇਲ੍ਹ ਤੋਂ ਰਿਹਾਈ ਤੇ ਉਸ ਦੀ ਯੂਕੇ ਵਾਪਸੀ ਲਈ ਸਖਤ ਕਦਮ ਚੁੱਕਣ ਦੇ ਵਾਸਤੇ ਬੋਰਿਸ ਜੌਨਸਨ ਦੀ ਸਰਕਾਰ ਤੇ ਯਾਨੀ ਕਿ ਬਰਤਾਨੀਆ ਦੀ ਸਰਕਾਰ ਤੇ ਦਬਾਅ ਵੱਧ ਰਿਹਾ ਹੈ। ਜਗਤਾਰ ਸਿੰਘ ਦੀ ਰਿਹਾਈ ਲਈ ਯੂਕੇ ਦੇ ਐਮਪੀ ਮਾਰਟਿਨ ਡੋਕੇਟੀ ਹਿਊਜ਼ ਦੀ ਅਗਵਾਈ ਦੇ ਵਿੱਚ 140 ਸੰਸਦ ਮੈਂਬਰਾਂ ਦੇ ਹਸਤਾਖਰਾਂ ਵਾਲੀ ਚਿੱਠੀ ਵਿਦੇਸ਼ ਮੰਤਰੀ ਡੋਮਿਨਿਕ ਰਾਬ ਨੂੰ ਸੌਂਪੀ ਗਈ ਹੈ। ਇਹ ਚਿੱਠੀ ਸੌਂਪ ਕੇ ਇਹ ਸਾਰੇ ਸੰਸਦ ਮੈਂਬਰਾਂ ਨੇ ਬਰਤਾਨੀਆ ਦੀ ਬੋਰਿਸ ਜੌਨਸਨ ਸਰਕਾਰ ਤੋਂ ਮੰਗ ਕੀਤੀ ਹੈ ਕਿ ਬਰਤਾਨੀਆ ਦੇ ਇਸ ਨਾਗਰਿਕ ਨੂੰ ਜਿਹੜਾ ਕਿ ਕਈ ਸਾਲਾਂ ਤੋਂ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ ਦੇ ਵਿੱਚ ਬੰਦ ਹੈ, ਉਸ ਨੂੰ ਵਾਪਸ ਯੂਕੇ ਲਿਆਂਦਾ ਜਾਣਾ ਚਾਹੀਦਾ ਹੈ, ਜਿਸ ਦੇ ਖਿਲਾਫ ਇੱਕ ਵੀ ਦੋਸ਼ ਹਾਲੇ ਤੱਕ ਤੈਅ ਨਹੀਂ ਹੋਇਆ। ਫਰੀਦਕੋਟ ਦੇ ਯੂਥ ਕਾਂਗਰਸੀ ਲੀਡਰ ਗੁਰਲਾਲ ਸਿੰਘ ਭੁੱਲਰ ਦੇ ਕਤਲ ਮਾਮਲੇ ਦੇ ਵਿੱਚ ਦਿੱਲੀ ਪੁਲਿਸ ਨੇ 26 ਜਨਵਰੀ ਨੂੰ ਗ੍ਰਿਫਤਾਰ ਜਿਹੜੇ 3 ਨੌਜਵਾਨ ਕੀਤੇ ਸੀ, ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਹੈ। ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਫਰੀਦਕੋਟ ਪੁਲਿਸ ਦੇ ਹਵਾਲੇ ਕਰ ਦਿੱਤਾ ਹੈ। ਪੁਲਿਸ ਨੇ ਸੁਖਵਿੰਦਰ ਸਿੰਘ, ਗੌਰਵ ਸ਼ਰਮਾ ਤੇ ਸੁਖਜਿੰਦਰ ਸਿੰਘ ਦੇ 10 ਦਿਨਾਂ ਦੇ ਪੁਲਿਸ ਰਿਮਾਂਡ ਦੀ ਮੰਗ ਕੀਤੀ, ਪਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਹਰਵਿੰਦਰ ਸਿੰਘ ਸਿੰਧੀਆ ਨੇ ਤਿੰਨਾਂ ਨੌਜਵਾਨਾਂ ਨੂੰ 8 ਮਾਰਚ ਤੱਕ ਪੁਲਿਸ ਰਿਮਾਂਡ ਤੇ ਭੇਜਿਆ ਹੈ। ਪਟਿਆਲਾ ਚੰਡੀਗੜ੍ਹ ਸੜਕ ਤੇ ਪੈਂਦੇ ਪਿੰਡ ਖੇੜੀ ਗੰਡਿਆਂ ਦੇ ਵਿੱਚ 1.5 ਸਾਲ ਪਹਿਲਾਂ 8 ਤੇ 10 ਸਾਲਾਂ ਦੇ 2 ਭਰਾਵਾਂ ਦੀ ਮੌਤ ਦਾ ਭੇਤ ਆਖਿਰਕਾਰ ਖੁੱਲ ਗਿਆ ਹੈ। ਮੀਡੀਆ ਦੇ ਵਿੱਚ ਬਹੁਤ ਇਹ ਮਾਮਲਾ ਛਾਇਆ ਸੀ। ਸਨਸਨੀਖੇਜ਼ ਤਰੀਕੇ ਦੇ ਨਾਲ 2 ਨਿੱਕੇ-ਨਿੱਕੇ ਭਰਾਵਾਂ ਦੀ ਮੌਤ ਹੋ ਗਈ ਸੀ ਤੇ ਉਸ ਨੂੰ ਹੁਣ ਸੁਲਝਾ ਲਿਆ ਗਿਆ। ਜਸ਼ਨ ਤੇ ਹਸਨ ਦਾ ਕਤਲ, ਦੋਵੇਂ ਨਾਂ ਤੁਹਾਨੂੰ ਵੀ ਸ਼ਾਇਦ ਹੁਣ ਯਾਦ ਆ ਗਏ ਹੋਣਗੇ, ਜਦੋਂ ਹਰ ਕੋਈ ਇਸ ਘਟਨਾ ਨੂੰ ਸੁਣ ਕੇ ਰੋਇਆ ਸੀ ਤੇ ਉਹਨਾਂ ਦਾ ਕਤਲ ਹੈ ਜਿਹੜਾ ਉਹਨਾਂ ਦੀ ਮਾਂ ਨੇ ਹੀ ਆਪਣੇ ਪ੍ਰੇਮੀ ਤੋਂ ਕਰਵਾਇਆ ਸੀ। ਸ਼ਰਮਨਾਕ ਹੈ ਕਿ ਮਾਂ ਨੇ ਹੀ ਆਪਣੇ 2 ਪੁੱਤਰਾਂ ਨੂੰ ਮਰਵਾਤਾ ਸੀ, ਬੱਚਿਆਂ ਨੂੰ ਨਹਿਰ ਦੇ ਵਿੱਚ ਸੁੱਟਵਾ ਦਿੱਤਾ ਸੀ ਤੇ ਦੋਵਾਂ ਮੁਲਜ਼ਮਾਂ ਨੂੰ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ। ਐਸਐਸਪੀ ਵਿਕਰਮਜੀਤ ਦੁੱਗਲ ਨੇ ਪ੍ਰੈਸ ਕਾਨਫਰੰਸ ਕਰਕੇ ਜਾਣਕਾਰੀ ਦਿੱਤੀ ਹੈ ਕਿ ਦੋਹਰਾ ਕਤਲ ਘਨੌਰ ਦੇ ਡੀਐਸਪੀ ਜਸਵਿੰਦਰ ਸਿੰਘ ਟਿਵਾਣਾ ਦੀ ਅਗਵਾਈ ਹੇਠ ਖੇੜੀ ਗੰਡਿਆਂ ਦੇ ਐਸਐਚਓ ਇੰਸਪੈਕਟਰ ਕੁਲਵਿੰਦਰ ਸਿੰਘ ਤੇ ਟੀਮ ਨੇ ਹੱਲ ਕੀਤਾ। ਉਸ ਵੇਲੇ ਬੱਚਿਆਂ ਦੀ ਤਲਾਸ਼ ਲਈ ਪੁਲਿਸ ਨੇ 20 ਦਿਨ ਦੀ ਵਿਸ਼ੇਸ਼ ਮੁਹਿੰਮ ਚਲਾਈ ਸੀ। ਭਾਖੜਾ ਨਹਿਰ ਬੰਦ ਕਰਵਾਈ ਗਈ ਸੀ। ਬੱਚਿਆਂ ਦੀਆਂ ਲਾਸ਼ਾਂ ਨੂੰ ਲੱਭਣ ਦੇ ਲਈ ਪਿੰਡ ਦੇ ਘਰਾਂ ਤੇ ਖੇਤਾਂ ਦੀ ਤਲਾਸ਼ੀ ਵੀ ਲਈ ਗਈ ਸੀ, ਪਰ ਕਤਲ ਦੀ ਗੁੱਥੀ ਨਹੀਂ ਸੁਲਝੀ ਸੀ। ਹੁਣ ਸੁਲਝ ਗਈ ਹੈ ਤੇ ਸ਼ਰਮਨਾਕ ਹੈ ਕਿ ਬੱਚਿਆਂ ਦੀ ਮਾਂ ਅਤੇ ਮਾਂ ਦੇ ਪ੍ਰੇਮੀ ਨੇ ਰਲ ਕੇ ਇਹ ਘਟੀਆ ਕਾਰਾ ਕੀਤਾ ਸੀ। ਪੰਜਾਬ ਸਕੂਲ ਸਿੱਖਿਆ ਵਿਭਾਗ ਨੇ ਲਾਇਬ੍ਰੇਰੀ ਦੀਆਂ ਪੁਸਤਕਾਂ ਖਰੀਦਣ ਵਾਸਤੇ ਸਕੂਲ ਪੱਧਰ ਤੇ ਕਮੇਟੀਆਂ ਬਣਾਉਣ ਤੇ ਮਾਹਿਰ ਕਮੇਟੀ ਵੱਲੋਂ ਸਿਫਾਰਿਸ਼ ਕੀਤੀਆਂ ਕਿਤਾਬਾਂ ਹੀ ਖਰੀਦਣ ਦੇ ਲਈ ਹੁਕਮ ਜਾਰੀ ਕੀਤੇ ਨੇ। ਲਾਇਬ੍ਰੇਰੀ ਲਈ ਪੁਸਤਕਾਂ ਦੀ ਖਰੀਦ ਦੇ ਮੰਤਵ ਦੇ ਨਾਲ ਉੱਘੇ ਸਾਹਿਤਕਾਰ ਡਾਕਟਰ ਆਤਮਜੀਤ ਦੀ ਅਗਵਾਈ ਵਿੱਚ ਸਾਹਿਤਕਾਰਾਂ ਦੀ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਿਤਾਬਾਂ ਦੀ ਖਰੀਦ ਲਈ ਸਕੂਲ ਪੱਧਰ ਤੇ ਕਮੇਟੀਆਂ ਬਣਾਉਣ ਤੇ ਮਾਹਿਰ ਕਮੇਟੀ ਦੀਆਂ ਸਿਫਾਰਿਸ਼ ਕੀਤੀਆਂ ਕਿਤਾਬਾਂ ਦੇ ਵਿੱਚੋਂ ਹੀ ਖਰੀਦ ਕਰਨ ਤੋਂ ਇਲਾਵਾ ਪੰਜਾਬ ਦੇ ਇਤਿਹਾਸ, ਸੱਭਿਆਚਾਰ, ਭੂਗੋਲ, ਸਮਾਜ, ਲੋਕ ਸਾਹਿਤ ਜਾਂ ਬੋਲੀਆਂ ਆਧਾਰਿਤ ਵਧੇਰੇ ਪੁਸਤਕਾਂ ਖਰੀਦਣ ਲਈ ਹੁਕਮ ਦਿੱਤੇ ਗਏ ਨੇ। ਪ੍ਰਾਇਮਰੀ ਸਕੂਲਾਂ ਦੇ ਵਿਦਿਆਰਥੀਆਂ ਵਿੱਚ ਪੜ੍ਹਨ ਦੀ ਆਦਤ ਪੈਦਾ ਕਰਨ ਤੇ ਉਹਨਾਂ ਨੂੰ ਪੜ੍ਹਨ ਵਾਲੇ ਪਾਸੇ ਆਕਰਸ਼ਿਤ ਕਰਨ ਲਈ ਰੰਗਦਾਰ ਤੇ ਸਚਿੱਤਰ ਪੁਸਤਕਾਂ ਦੀ ਖਰੀਦ ਕਰਨ ਤੇ ਜ਼ੋਰ ਦਿੱਤਾ ਗਿਆ ਹੈ। ਸਰਕਾਰੀ ਪਬਲਿਸ਼ਰ ਵੱਲੋਂ ਪ੍ਰਕਾਸ਼ਿਤ ਪੁਸਤਕਾਂ ਖਰੀਦਣ ਸਮੇਂ ਉਹਨਾਂ ਦੀ ਨੀਤੀ ਮੁਤਾਬਿਕ ਡਿਸਕਾਊਂਟ ਯਾਨੀ ਕਿ ਰਿਆਇਤ ਲੈਣ। ਨੈਸ਼ਨਲ ਬੁੱਕ ਟਰਸਟ ਤੋਂ ਖਰੀਦੀਆਂ ਜਾਣ ਵਾਲੀਆਂ ਪੁਸਤਕਾਂ ਤੇ 25% ਅਤੇ ਪ੍ਰਾਈਵੇਟ ਪਬਲਿਸ਼ਰਾਂ ਤੋਂ ਖਰੀਦੀਆਂ ਜਾਣ ਵਾਲੀਆਂ ਪੁਸਤਕਾਂ ਤੇ ਘੱਟੋ ਘੱਟ 40% ਡਿਸਕਾਊਂਟ ਲੈਣ ਦੇ ਨਿਰਦੇਸ਼ ਦਿੱਤੇ ਗਏ ਨੇ ਤੇ ਸਕੂਲਾਂ ਨੂੰ ਨਵੀਆਂ ਪੁਸਤਕਾਂ ਖਰੀਦਣ ਲਈ ਹੀ ਹੁਕਮ ਦਿੱਤੇ ਗਏ ਨੇ। ਸਰਵਉੱਚ ਅਦਾਲਤ ਨੇ ਜਾਂਚ ਏਜੰਸੀਆਂ ਦੇ ਦਫ਼ਤਰਾਂ ਦੇ ਵਿੱਚ ਕੇਂਦਰ ਸਰਕਾਰ ਦੇ ਵੱਲੋਂ ਸੀਸੀਟੀਵੀ ਨਾ ਲਗਾਉਣ ਤੇ ਸਰਕਾਰ ਦੇ ਨਾਲ ਨਾਰਾਜ਼ਗੀ ਜਤਾਈ ਹੈ। ਅਦਾਲਤ ਨੇ ਸੀਬੀਆਈ, ਈਡੀ ਯਾਨੀ ਕਿ ਐਨਫੋਰਸਮੈਂਟ ਡਾਇਰੈਕਟੋਰੇਟ ਤੇ ਕੌਮੀ ਜਾਂਚ ਏਜੰਸੀ ਸਮੇਤ ਹੋਰ ਜਾਂਚ ਏਜੰਸੀਆਂ ਦੇ ਦਫ਼ਤਰਾਂ ਵਿੱਚ ਸੀਸੀਟੀਵੀ ਨਾ ਲਗਾਉਣ ਦੇ ਮੁੱਦੇ ਤੇ ਕੇਂਦਰ ਸਰਕਾਰ ਵੱਲੋਂ ਹੋਰ ਸਮਾਂ ਮੰਗਣ ਨੂੰ ਪੈਰ ਪਿੱਛੇ ਖਿੱਚਣ ਦੀ ਕਾਰਵਾਈ ਕਰਾਰ ਦਿੱਤਾ ਹੈ।
ਬੈਂਚ ਦੇ ਵਿੱਚ ਸ਼ਾਮਲ ਜਸਟਿਸ BR ਗਵਈ ਅਤੇ ਰਿਸ਼ੀਕੇਸ਼ ਰਾਏ ਨੇ ਕੇਂਦਰ ਦੀ ਨੁਮਾਇੰਦਗੀ ਕਰ ਰਹੇ ਸੋਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੂੰ ਕਿਹਾ ਹੈ ਕਿ ਸਾਨੂੰ ਸਪਸ਼ਟ ਪ੍ਰਭਾਵ ਮਿਲ ਰਿਹਾ ਹੈ ਕਿ ਤੁਸੀਂ ਆਪਣੇ ਪੈਰ ਪਿੱਛੇ ਖਿੱਚ ਰਹੇ ਹੋ। ਬੁਲੇਟਿਨ ਦੇ ਵਿੱਚ ਹੁਣ ਪੂਰੇ ਭਾਰਤ ਦੀਆਂ ਖਾਸ ਖਬਰਾਂ। ਕਾਂਗਰਸ ਲੀਡਰ ਰਾਹੁਲ ਗਾਂਧੀ ਨੇ ਮੰਗਲਵਾਰ ਨੂੰ ਕੈਰਨਲ ਯੂਨੀਵਰਸਿਟੀ ਦੇ ਉੱਘੇ ਅਰਥਸ਼ਾਸਤਰੀ ਪ੍ਰੋਫੈਸਰ ਕੌਸ਼ਿਕ ਬਾਸੂ ਨਾਲ ਗੱਲਬਾਤ ਦੌਰਾਨ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਐਮਰਜੈਂਸੀ ਲਾਉਣ ਦਾ ਫੈਸਲਾ ਇੱਕ ਭੁੱਲ ਸੀ। ਰਾਹੁਲ ਨੇ ਕਿਹਾ ਕਿ 1975 ਤੋਂ 77 ਦੇ ਦਰਮਿਆਨ 21 ਮਹੀਨਿਆਂ ਲਈ ਐਮਰਜੈਂਸੀ ਦੌਰਾਨ ਜੋ ਕੁਝ ਵੀ ਹੋਇਆ ਉਹ ਗਲਤ ਸੀ। ਐਮਰਜੈਂਸੀ ਦੌਰਾਨ ਸੰਵਿਧਾਨਕ ਹੱਕ ਤੇ ਨਾਗਰਿਕਾਂ ਦੀ ਆਜ਼ਾਦੀ ਮਨਸੂਖ ਕਰ ਦਿੱਤੇ ਗਏ, ਪ੍ਰੈਸ ਤੇ ਰੋਕ ਲਾ ਦਿੱਤੀ ਗਈ ਸੀ, ਵੱਡੀ ਗਿਣਤੀ ਵਿੱਚ ਵਿਰੋਧੀ ਧਿਰ ਦੇ ਲੀਡਰਾਂ ਨੂੰ ਜੇਲ੍ਹਾਂ 'ਚ ਬੰਦ ਕਰ ਦਿੱਤਾ ਗਿਆ ਸੀ, ਪਰ ਇਹ ਸਾਰੀਆਂ ਚੀਜ਼ਾਂ ਅਜੋਕੇ ਮਾਹੌਲ ਤੋਂ ਵੱਖਰੀਆਂ ਸੀ। ਗਾਂਧੀ ਨੇ ਕਿਹਾ, ਮੈਂ ਮੰਨਦਾ ਉਹ ਇੱਕ ਵੱਡੀ ਭੁੱਲ ਸੀ, ਪੂਰੀ ਤਰ੍ਹਾਂ ਗਲਤ ਫੈਸਲਾ ਸੀ ਤੇ ਮੇਰੀ ਦਾਦੀ ਇੰਦਰਾ ਗਾਂਧੀ ਨੇ ਵੀ ਅਜਿਹਾ ਕਿਹਾ ਸੀ, ਪਰ ਉਸ ਸਮੇਂ ਵੀ ਕਾਂਗਰਸ ਨੇ ਸੰਵਿਧਾਨਕ ਢਾਂਚੇ ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਸੀ, ਜਿਹੜੀ ਕਿ ਹੁਣ ਦੀ ਸਰਕਾਰ ਕਰ ਰਹੀ ਹੈ। ਦਿੱਲੀ ਨਗਰ ਨਿਗਮਾਂ ਦੀਆਂ 5 ਵਾਰਡਾਂ ਦੀਆਂ ਜ਼ਿਮਨੀ ਚੋਣਾਂ ਦੇ ਵਿੱਚ ਅੱਜ ਨਤੀਜੇ ਐਲਾਨੇ ਗਏ ਨੇ, ਜਿਸ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੇ 4 ਵਾਰਡਾਂ ਤੇ ਜਿੱਤ ਹਾਸਲ ਕੀਤੀ ਹੈ, ਜਦਕਿ ਕਾਂਗਰਸ ਦਾ ਉਮੀਦਵਾਰ 1 ਵਾਰਡ ਵਿੱਚ ਜੇਤੂ ਰਿਹਾ ਹੈ। ਪਹਿਲਾਂ ਇਹਨਾਂ 5 ਸੀਟਾਂ ਵਿੱਚੋਂ ਬੀਜੇਪੀ ਕੋਲ 1 ਸੀਟ ਸੀ, ਪਰ ਇਸ ਵਾਰ ਬੀਜੇਪੀ ਦਾ ਖਾਤਾ ਵੀ ਨਹੀਂ ਖੁੱਲ ਸਕਿਆ। ਪੰਜਾਬ ਦੀਆਂ ਖਾਸ ਖਬਰਾਂ ਦੇ ਖਾਸ ਬੁਲੇਟਿਨ ਦੇ ਵਿੱਚ ਤੁਹਾਡੇ ਸਭ ਤੋਂ ਇਜਾਜ਼ਤ ਚਾਹੁੰਦੇ ਹਾਂ। ਤੁਸੀਂ ਸਾਰੇ ਆਪਣਾ ਧਿਆਨ ਰੱਖਿਓ, ਲੋੜਵੰਦਾਂ ਦੀ ਮਦਦ ਕਰਦੇ ਰਿਹਾ ਕਰੋ। ਹੱਕਾਂ ਦੇ ਲਈ ਜੋ ਲੜ ਰਹੇ ਲੋਕ ਨੇ ਉਹਨਾਂ ਲਈ ਖੜਨਾ ਵੀ ਬੜਾ ਜ਼ਰੂਰੀ ਹੁੰਦਾ ਹੈ। ਅਫਵਾਹਾਂ ਤੋਂ ਜ਼ਰੂਰ ਬਚ ਕੇ ਰਿਹਾ ਕਰੋ। ਧੰਨਵਾਦ।